गुरु चरना च हाजरी दवाई उचारण करो जी। वाहिगुरु जी का खालसा वाहिगुरु जी की फतेह। ਸਤਨਾਮ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਸ਼ਲੋਕ ਮੁਹੱਲੇ ਪੰਜਵੇਂ ਦੇ ਸਿਰਲੇਖ ਹੇਠ ਬਾਣੀ ਜਾਣਕਾਰੀ ਹੈ ਵੀ ਇਹ ਬਾਣੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਹੈ। ਗੁਰਮੁਖੋ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਸਰਵਣ ਕਰਨ ਲੱਗੇ ਹੈ, ਕਰ ਚੁੱਕੇ ਤਕਰੀਬਨ ਭੋਗ ਦੇ ਸ਼ਲੋਕ ਬਾਕੀ ਹੈ। ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਆਈ ਸਿਰਫ ਆਇਆ ਵੀ ਮਹੱਲਾ ਪਹਿਲਾ ਰਾਗ ਦਾ ਨਾਮ, ਜਿਵੇਂ ਸ੍ਰੀ ਰਾਗ ਮਹੱਲਾ ਪਹਿਲਾ ਨਾਮ, ਸ਼ਲੋਕ ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਇੱਥੇ ਮਹੱਲਾ ਪੰਜਵਾਂ ਹੈ। ਪਰ ਜਦੋਂ ਭਗਤ ਸਾਹਿਬਾਨਾਂ ਦੀ ਕਿਤੇ ਬਾਣੀ ਆਈ ਹੈ, ਮਹਾਰਾਜ ਮਹਿਮਾਨ ਨੂੰ ਬਹੁਤ ਸਤਿਕਾਰ ਦਿੰਦੇ। ਉੱਥੇ ਸ਼ਬਦ ਵਰਤੇ ਮਹਾਰਾਜ ਨੇ, ਬਾਣੀ ਭਗਤ ਕਬੀਰ ਜੀ ਕੀ। ਜੀ ਸ਼ਬਦ ਭਗਤ ਸਾਹਿਬਾਨਾਂ ਦੇ ਨਾਲ ਸਾਨੂੰ ਮਿਲਦਾ ਹੈ। ਜਾਂ ਬਾਣੀ ਭਗਤ ਰਵਿਦਾਸ ਜੀਓ ਕੀ, ਬਾਣੀ ਭਗਤ ਸਦਨਾ ਜੀ ਕੀ। ਇਹ ਬੜਾ ਪਿਆਰ ਤੇ ਸਤਿਕਾਰ ਮਹਾਰਾਜ ਨੇ ਆਏ ਮਹਿਮਾਨ ਨੂੰ ਦਿੱਤਾ। ਜੀ ਸ਼ਬਦ ਭਗਤਾਂ ਦੇ ਨਾਲ ਸਾਨੂੰ ਮਿਲਦੇ। ਇੱਥੇ ਵੀ ਸ਼ਲੋਕ ਮਹੱਲਾ ਪੰਜਵਾਂ ਮਹਾਰਾਜ ਨੇ ਇਸ ਸਿਰਲੇਖ ਹੇਠ ਜੋ ਵੀ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ। ਔਰ ਇਸ ਬਾਣੀ 'ਚ ਉਸ ਪਰਮਾਤਮਾ ਦੀ ਹੀ ਗੱਲ ਕੀਤੀ ਗਈ ਹੈ। ਉਹ ਇੱਕ ਓੰਕਾਰ ਜਿਹੜਾ ਹੈ ਉਹ ਗੁਰਪ੍ਰਸਾਦ ਨਾਲ ਮਿਲੇਗਾ। ਗੁਰੂ ਸਾਹਿਬ ਦੀ ਕਿਰਪਾ ਵਰਤੀ, ਗੁਰੂ ਸਾਹਿਬ ਤੋਂ ਸਿੱਖਿਆ ਲੈ ਕੇ ਅਗਲੇ ਮਾਰਗ ਤੇ ਚੱਲਾਂਗੇ ਤੇ ਫਿਰ ਇੱਕ ਓੰਕਾਰ ਦੀ ਪ੍ਰਾਪਤੀ ਹੋਏਗੀ। ਉਹ ਸਾਡੀ ਮੰਜ਼ਿਲ ਹੈ, ਇੱਕ ਓੰਕਾਰ। ਉੱਥੋਂ ਤੱਕ ਪਹੁੰਚਣ ਦਾ ਰਸਤਾ ਸਾਨੂੰ ਗੁਰੂ ਦੱਸਦਾ ਹੈ। ਸੰਸਾਰ ਭਟਕਿਆ ਹੋਇਆ ਹੈ, ਇੱਧਰ ਉੱਧਰ ਮਹਾਰਾਜ ਨੇ ਬੜਾ ਸੁਖੈਨ ਤਰੀਕਾ ਦੱਸਿਆ ਰੱਬ ਦੀ ਪ੍ਰਾਪਤੀ ਦਾ। ਗੁਰੂ ਕਿਰਪਾ ਵਰਤੇਗੀ, ਫਿਰ ਉਸ ਪਰਮਾਤਮਾ ਨਾਲ ਸਾਡੀ ਸਾਂਝ ਪੈ ਜਾਂਦੀ ਹੈ। ਇਹ ਗੁਰੂ ਅਰਜਨ ਸਾਹਿਬ ਜੀ ਦੇ ਨਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਾਰੇ ਜਿਹੜੇ ਸ਼ਲੋਕ ਕਹਿ ਲਓ 2218 ਬਣਦੇ ਹੈ। 31 ਰਾਗ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਇੱਕ ਰਾਗ ਨੂੰ ਛੱਡ ਕੇ ਮਹਾਰਾਜ ਨੇ 30 ਰਾਗ ਵਰਤੇ ਨੇ ਜੀ। ਗੁਰੂ ਅਰਜਨ ਸਾਹਿਬ ਜੀ ਦੀ ਸਾਰੇ ਗੁਰੂ ਸਾਹਿਬਾਨਾਂ, ਭਗਤ ਸਾਹਿਬਾਨਾਂ, ਭੱਟ ਸਾਹਿਬਾਨਾਂ, ਗੁਰਸਿੱਖਾਂ ਨਾਲੋਂ ਸਭ ਨਾਲੋਂ ਵੱਧ ਬਾਣੀ ਗੁਰੂ ਅਰਜਨ ਸਾਹਿਬ ਜੀ ਦੀ ਹੈ। ਕਿਉਂਕਿ ਕਿਸੇ ਸਮੇਂ ਬਖਸ਼ਿਸ਼ ਵੀ ਨਿੱਕੇ ਹੁੰਦਿਆਂ ਵਰਤੀ। ਗੁਰੂ ਅਮਰਦਾਸ ਮਹਾਰਾਜ ਦੇ ਦੋਹਤੇ ਸਨ ਤੇ ਸਿਰ ਤੇ ਹੱਥ ਰੱਖ ਕੇ ਮਹਾਰਾਜ ਨੇ ਕਿਹਾ ਸੀ, ਇਹ ਦੋਹਤਾ ਬਾਣੀ ਕਾ ਬੋਹਿਥਾ, ਬਾਣੀ ਦਾ ਬੋਹਿਤ ਹੋਏਗਾ। ਇਹਨਾਂ ਦੇ ਰਸਨਾ ਤੋਂ ਨਿਕਲੇ ਬਚਨ ਜੀਵ ਨੂੰ ਭਵ ਸਾਗਰ ਤੋਂ ਪਾਰਨ ਕਰਨਗੇ। ਉਹ ਬੋਹਿਥ ਦੇ ਅਰਥ ਆਪਾਂ ਨੇ ਬਹੁਤ ਵਾਰੀ ਕੀਤੇ ਹੈ, ਸਮੁੰਦਰ ਤੋਂ ਪਾਰ ਕਰਨਗੇ। ਜਿਵੇਂ ਆਪਾਂ ਨੇ ਬਹੁਤ ਵਾਰੀ ਬਚਨ ਪੜ੍ਹੇ, ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗਮ ਤਰੋ। ਕਲਯੁਗ ਦੇ ਅੰਦਰ ਸਤਿਗੁਰਾਂ ਦੇ ਬਚਨ ਜਹਾਜ਼ ਦੀ ਨਿਆਈ ਹੈ। ਸ੍ਰਿਸ਼ਟੀ ਦੇ ਲੋਕੋ, ਜੇ ਪਾਰ ਹੋਣਾ ਚਾਹੁੰਦੇ ਹੋ ਤੇ ਫਿਰ ਇਸ ਜਹਾਜ਼ ਦਾ ਆਸਰਾ ਲਓ। ਭਾਵ ਕਿ ਗੁਰੂ ਸਾਹਿਬ ਦੀ ਸਿੱਖਿਆ ਤੇ ਚੱਲੋ, ਸਤਿਗੁਰਾਂ ਦੀ ਸ਼ਬਦ ਦੀ ਕਮਾਈ ਕਰੋ। ਇੱਕ ਗੁਰਮੁਖ ਕਰੋ ਜੈਜਾਵੰਤੀ ਰਾਗ ਨੂੰ ਛੱਡ ਕੇ। ਇਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ ਰਾਗ 'ਚ ਵਾਧਾ ਕੀਤਾ। ਜੈਜਾਵੰਤੀ ਰਾਗ ਖੀਰਲਾ ਰਾਗ, ਇਸ ਨੂੰ ਛੱਡ ਕੇ 30 ਰਾਗਾਂ 'ਚ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਹੈ। ਦਾਸ ਨੇ ਪਹਿਲਾਂ ਬੇਨਤੀ ਕੀਤੀ 2218 ਸ਼ਬਦ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ। ਇੱਥੇ ਖੀਰ ਤੇ ਆ ਕੇ ਹਜੇ ਮਹੱਲੇ ਪੰਜਵੇਂ ਦੇ ਸਿਰਲੇਖ 13 ਕੀਤਾ ਜਾਤੂ ਨਾਈ ਸ਼ਬਦਾਂ ਦੀ ਆਪਾਂ ਵਿਚਾਰ ਕਰਨੀ ਹੈ। ਇੱਥੇ ਮਹਾਰਾਜ ਬਖਸ਼ਿਸ਼ ਵਰਤਾ ਰਹੇ ਹਨ। ਰਤੇ ਸੇ ਜੇ ਮੁਖ ਨਾ ਮੁੜਨ, ਜਿਨੇ ਸਿਆਤਾ ਸਾਏ। ਮਹਾਰਾਜ ਕਹਿੰਦੇ ਅਸਲ ਦੇ ਵਿੱਚ ਤਾਂ ਨਾਮ ਰੰਗ 'ਚ ਉਹ ਹੀ ਰਤੇ ਹੋਏ ਨੇ ਜਿਹੜੇ ਉਹਦੇ ਵੱਲੋਂ ਮੁਖ ਨਹੀਂ ਮੋੜਦੇ ਹੈ। ਹੁਣ ਮੁਖ ਕਿਹੜੇ ਨਹੀਂ ਮੋੜਦੇ ਹੈ? ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਬਣ ਮੰਤ। ਉਹ ਸਾਸ ਗਰਾਸ ਹੀ ਰੱਬ ਨੂੰ
ਭੁੱਲਦੇ ਨਹੀਂ ਹੈ। ਸਾਹ ਲੈਣਾ ਤੇ ਗਰਾਸ ਕਹਿੰਦੇ ਨੇ ਛਕਣਾ, ਗਰਾਈ ਪ੍ਰਸ਼ਾਦਾ ਪਾਣੀ ਛਕਦੇ ਆ ਨਾ, ਤੇ ਉਹ ਸੁੱਤਿਆਂ ਹੀ ਰੱਬ ਨੂੰ ਭੁਲਾਉਂਦੇ ਆ, ਨਾ ਹੀ ਉਹ ਖਾਂਦਿਆਂ ਪੀਂਦਿਆਂ ਉਹਦੇ ਨਾਲੋਂ ਵਿਛੜਦੇ ਆ। ਤੇ ਰਤੇ ਤੇ ਫਿਰ ਉਹੀ ਹੈ ਨਾ, ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ। ਜਿਹਨਾਂ ਨੂੰ ਭੁੱਲ ਗਿਆ ਉਹਦੇ ਭੋਏ ਭਾਰ ਭਾਵ ਕੇ ਮਿੱਟੀ 'ਚ ਮਿਲ ਗਏ। ਤੇ ਜਿਹੜੇ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਜਿਹੜੇ ਇਸ਼ਕ ਦੇ ਵਿੱਚ ਉਹ ਰੰਗ ਦੇ ਵਿੱਚ ਪ੍ਰੇਮ ਰੰਗ, ਇੱਥੇ ਪ੍ਰੇਮ ਦਾ ਅਰਥ ਇਹਦਾ ਪ੍ਰੇਮ ਹੀ ਹੈ। ਜਿਹੜੇ ਪ੍ਰੇਮ ਰੰਗ ਵਿੱਚ ਰੰਗੇ ਗਏ, ਜਾ ਕੋ ਹਾਰ ਰੰਗ ਲਾਗੋ ਇਸ ਜੋਗ ਮੈਂ ਸੋ ਕਹੀਅਤ ਹੈ ਸੂਰਾ। ਜਾਂ ਬਹੁਤ ਵਾਰੀ ਸ਼ਬਦ ਆਪਾਂ ਨੇ ਸ਼ਬਦ ਹਜ਼ਾਰਿਆਂ ਦੇ ਵਿੱਚੋਂ ਪੜ੍ਹੇ ਵੀ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕਹਿ। ਪਾਸ ਚੋਲੇ ਦਾ ਅਰਥ ਹੈ ਸੁਰਤ, ਹਿਰਦਾ ਅੰਦਰ, ਜਿਹੜਾ ਰਤਿਆ ਦੇ ਕੰਤ ਹੀ ਉਹਨਾਂ ਦੇ ਪਾਸ ਹੈ। ਤਾਂ ਮਹਾਰਾਜ ਨੇ ਬਹੁਤ ਮਜੀਠ ਰੰਗ ਦੀ ਤੇ ਕਸੁੱਭ ਦੇ ਰੰਗ ਦੀ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਮਜੀਠ ਦਾ ਰੰਗ ਪੱਕਾ, ਕਸੁੱਭ ਦਾ ਰੰਗ ਉਤਰ ਜਾਂਦਾ ਹੈ ਉਹ। ਤੇ ਜਿਹੜਾ ਰੱਬ ਦੇ ਨਾਮ ਦਾ ਰੰਗ ਹੈ ਉਹ ਜਿਹੜਾ ਰਾਮ ਦਾ ਰੰਗ ਹੈ ਨਾ, ਰਾਮ ਰੰਗ ਕਦੇ ਉਤਰ ਨਾ ਜਾਏ, ਉਹ ਰੰਗ ਕਦੇ ਵੀ ਉਤਰਦਾ ਨਹੀਂ ਹੈ। ਜਿਹੜਾ ਪ੍ਰਮਾਤਮਾ ਦੇ ਨਾਮ ਦਾ ਦੂਸਰੇ ਤੇ ਰੰਗ, ਕੱਪੜੇ ਨਵਾਂ ਖਰੀਦਿਆ ਉਹਦਾ ਵੀ ਰੰਗ ਉਤਰ ਗਿਆ, ਉਹ ਲਲਾਰੀ ਕੋਲੋਂ ਹੋਰ ਰੰਗ ਕਰਾਇਆ ਉਹ ਵੀ ਰੰਗ ਉਤਰਦਾ ਹੈ। ਜਿਹੜਾ ਨਾਮ ਦਾ ਰੰਗ ਹੈ, ਰਾਮ ਰੰਗ ਕਦੇ ਉਤਰ ਨਾ ਜਾਏ, ਇਹ ਕਦੇ ਵੀ ਉਤਰਦਾ ਨਹੀਂ। ਜਿਹੜਾ ਇੱਕ ਵਾਰੀ ਸੁਰਤ ਰੂਪੀ ਚੋਲਾ ਰਤਿਆ ਗਿਆ ਨਾ, ਉਹ ਕਦੇ ਰੰਗ ਉਤਰੇਗਾ ਨਹੀਂ। ਉਹ ਰੰਗ ਇੰਨਾ ਪੱਕਾ ਹੈ। ਅੱਗੇ ਵੀ ਦਾਸ ਨੇ ਬੇਨਤੀ ਕੀਤੀ, ਉਹ ਚਰਖੜੀ ਤੇ ਚੜ੍ਹ ਸਕਦਾ ਹੈ, ਉਹ ਰੰਗ ਉਤਰੇਗਾ ਨਹੀਂ, ਪ੍ਰੇਮ ਖਤਮ ਨਹੀਂ ਹੋਏਗਾ। ਇਹ ਵਿਛੋੜਾ ਸਹਿਆ ਨਾ ਜਾਏ, ਉਹ ਸਰੀਰ ਚ ਰਾਲੇਗਾ। ਉਹ ਕਹਿੰਦਾ ਰੱਬ ਦਾ ਵਿਛੋੜਾ ਨਹੀਂ ਮੈਂ ਸਹਿ ਸਕਦਾ, ਸਰੀਰ ਆਲੇ ਨਾਲ ਚੀਰਿਆ ਜਾਵੇ ਮੈਨੂੰ ਕੋਈ ਪਰਵਾਹ ਨਹੀਂ ਹੈ। ਜੇ ਤੁਸੀਂ ਚਰਖੜੀ ਤੇ ਚੜਾ ਦਿਓ ਕੋਈ ਪਰਵਾਹ ਨਹੀਂ, ਰੂਹ ਚ ਲਪੇਟ ਕੇ ਸਾੜ ਦਿਓ ਕੋਈ ਦੁੱਖ ਨਹੀਂ ਹੈ। ਰੱਬ ਨਾਲੋਂ ਵਿਛੋੜਾ ਨਹੀਂ ਸਹਿਆ ਜਾ ਸਕਦਾ। ਤੁਸੀਂ ਉਬਲਦੀ ਦੇਗ 'ਚ ਬਿਠਾ ਦਿਓ ਕੋਈ ਦੁੱਖ ਨਹੀਂ ਹੈ। ਰੱਬ ਨਾਲੋਂ ਵਿਛੜ ਕੇ ਅਸੀਂ ਨਹੀਂ ਜੋ ਸਕਦੇ। ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ, ਮਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ, ਐਸਾ ਰੰਗ ਕਦੇ ਵੀ ਨਹੀਂ ਵੇਖਿਆ ਸੀ ਕਿਤੇ। ਜੇ ਰੰਗਣ ਵਾਲਾ ਰੰਗਣ ਤੇ ਆ ਜੇ ਐਸੇ ਰੰਗ 'ਚ ਰੰਗ ਦਿੰਦਾ, ਉਹ ਫਿਰ ਰੰਗ ਕਦੇ ਉਤਰਦਾ ਹੀ ਨਹੀਂ ਹੈ। ਗੁਰੂ ਅਰਜਨ ਸਾਹਿਬ ਜੀ ਦੇ ਸਾਹਮਣੇ ਇੱਕ ਸਿੱਖ ਹੋਇਆ ਹੈ, ਉਹ ਵੈਸੇ ਤੇ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਉਹ ਚੜ੍ਹਾਈ ਕਰਦਾ ਹੈ। ਉਹ ਕਿਸੇ ਸਮੇਂ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਆਉਂਦਾ ਰਿਹਾ ਤੇ ਅਸੀਂ ਸਾਰੇ ਚਲੋ ਜੀ ਕੋਈ ਨਾ ਕੋਈ ਇੱਛਾ ਲੈ ਕੇ ਮਹਾਰਾਜ ਦੇ ਚਰਨਾਂ 'ਚ ਆਉਣੇ ਆ ਵੀ ਸਤਿਗੁਰੂ ਸਾਨੂੰ ਆਹ ਦਾਤ ਦੇ ਦਿਓ ਜੀ, ਆਹ ਦਾਤ। ਚਲੋ ਸਿੱਖ ਨੂੰ ਮੰਗਣਾ ਵੀ ਇੱਥੋਂ ਹੀ ਆ, ਜਾਵੇ ਵੀ ਕਿੱਥੇ। ਉਹ ਗੁਰੂ ਅਰਜਨ ਸਾਹਿਬ ਦੀ ਸੇਵਾ ਕਰਾਉਂਦੇ ਹਰਿਮੰਦਰ ਸਾਹਿਬ ਦੀ, ਤੇ ਉਹ ਨੌਜਵਾਨ ਨਾਲ ਸੇਵਾ ਕਰਦਾ ਹੈ। ਸੰਗਤ ਬੈਠੀ, ਇੱਕ ਦਿਨ ਦੀਵਾਨ ਸੱਜਿਆ, ਕਿਸੇ ਨੇ ਕੁਝ ਮੰਗਿਆ, ਕਿਸੇ ਨੇ ਕੁਝ ਮੰਗਿਆ। ਉਹ ਬੱਚਾ ਵੀ ਲਾਈਨ 'ਚ ਖੜਾ, ਉਹਨੇ ਦਰਸ਼ਨ ਕੀਤੇ। ਮਹਾਰਾਜ ਨੇ ਪੁੱਛ ਲਿਆ, ਕਹਿੰਦੇ ਬੇਟਾ ਕੀ ਚਾਹੀਦਾ, ਦੱਸੋ ਕਿਸ ਭਾਵਨਾ ਨਾਲ ਸੇਵਾ। ਕਹਿੰਦਾ ਮਹਾਰਾਜ ਵੀ ਗਰੀਬ ਹੈ, ਘਰੋਂ ਗੁਜ਼ਾਰਾ ਨਹੀਂ ਚੱਲਦਾ, ਬਾਪ ਸਿਰ ਤੇ ਨਹੀਂ ਹੈ, ਮਹਾਰਾਜ ਇਕੱਲਾ ਹੀ ਪੁੱਤਰ ਹੈ, ਮਹਾਂ ਬਜ਼ੁਰਗ ਹੈ, ਭੈਣ ਦਾ ਵਿਆਹ ਕਰਨਾ ਹੈ, ਮਹਾਰਾਜ ਕੋਈ ਸਰਕਾਰੀ ਨੌਕਰੀ ਮਿਲ ਜੇ। ਉਹ ਬੱਚੇ ਨੇ ਬੇਨਤੀ ਕੀਤੀ ਸਰਕਾਰੀ ਨੌਕਰੀ ਕਿਤੇ ਵੀ। ਚਲੋ ਉਦੋਂ ਰਾਜੇ ਜਿਹੜੇ ਰਾਜ ਕਰਦੇ ਹੁੰਦੇ ਸਨ, ਹੁਣ ਸਰਕਾਰਾਂ ਵੀ, ਉਹ ਵੀ ਇੱਕ ਸਰਕਾਰੀ ਵੀ ਕਿਸੇ ਵੱਡੇ ਅਹੁਦੇ ਤੇ। ਉਹਨੇ ਜਦੋਂ ਅਰਦਾਸ ਕੀਤੀ ਤੇ ਮਹਾਰਾਜ ਕਹਿੰਦੇ ਵੀ ਬਾਣੀ ਪੜ੍ਹਿਆ ਕਰ, ਮਹਾਰਾਜ ਤੁਹਾਡੀ ਬਖਸ਼ਿਸ਼ ਹੈ, ਬਾਣੀ ਪੜ੍ਹੀ। ਮਹਾਰਾਜ ਕਹਿੰਦੇ ਸੁਖਮਨੀ ਸਾਹਿਬ ਦਾ ਅਸੀਂ ਪਾਠ ਬਾਣੀ ਉਚਾਰਨ ਕੀਤੀ ਹੈ ਵੀ ਇਹ ਬਾਣੀ ਬੜੇ ਪਿਆਰ ਨਾਲ ਪੜ੍ਹਿਓ, ਗੁਰੂ ਕਿਰਪਾ ਕਰੇਗਾ। ਉਹ ਬੱਚਾ ਦਿਨ ਰਾਤ ਬਾਣੀ, ਇਹ ਰੰਗ ਚੜਾ ਦਿੱਤਾ ਜੀ ਗੁਰੂ ਅਰਜਨ ਸਾਹਿਬ ਨੇ। ਮਹਾਰਾਜ ਕਹਿੰਦੇ ਹੈ, ਦਾਸ ਨੇ ਅੱਗੇ ਬੇਨਤੀ ਕੀਤੀ, ਰਾਮ ਰੰਗ ਚੜ੍ਹਦੇ ਨਾ ਫਿਰ ਉਤਰਦਾ ਨਹੀਂ। ਚੜ੍ਹ ਗਿਆ ਜੀ ਰੰਗ। ਉਹਨੇ ਨਵੀਂ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕੀਤੀ ਔਰ ਚਾਅ ਆ ਔਰ ਬਾਣੀ ਕੰਠ ਕਰ ਲਈ। ਉਸ ਬੱਚੇ ਨੇ ਬਾਣੀ ਕੰਠ ਕਰ ਲਈ। ਜਪਜੀ ਸਾਹਿਬ ਕੰਠ ਹੈ, ਜੋ ਗੁਰੂ ਸਾਹਿਬ ਜਦੋਂ ਕਹਿੰਦੇ ਸਨ ਬਾਣੀਆਂ ਪੜ੍ਹੋ, ਆਸਾ ਦੀ ਵਾਰ ਕੰਠ ਹੈ। ਨੌਕਰੀ ਮਿਲ ਗਈ ਜੀ, ਉਹ ਬਣ ਗਿਆ ਜਹਾਂਗੀਰ ਦਾ ਡਿਊਟੀਦਾਰ। ਜਹਾਂਗੀਰ ਹੁਣ ਬਾਦਸ਼ਾਹ ਦਿੱਲੀ ਦਾ। ਦਿੱਲੀ ਉਹਨੇ ਪੇਪਰ ਲਾਏ ਜੀ, ਉਹ ਸੱਦ ਲਿਆ, ਇੰਟਰਵਿਊ ਹੋਈ, ਉਹ ਬੱਚਾ ਸਿਲੈਕਟ ਹੋ ਗਿਆ। ਨਾਮ ਦਾ ਰੰਗ ਹੈ ਸੁਰਤ 'ਚ, ਦਿਨ ਰਾਤ ਜਪਦਾ। ਅਸਲ ਦੇ ਅੰਦਰ ਗੁਰਮੁਖ ਸੰਤ ਇਹਨੂੰ ਕਹਿੰਦੇ।
ਦਾਸ ਨੇ ਪਹਿਲਾਂ ਬਚਨ ਸਾਂਝੇ ਕਰ ਦਿੱਤੇ, ਜਿੰਨਾ ਸਾਸ ਗਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ। ਸੰਤੋ ਸੰਤੋ ਗ੍ਰਸਤੀ ਵੀ ਸੰਤ ਹੋ ਸਕਦਾ ਹੈ, ਜ਼ਰੂਰ ਉਹ ਨਹੀਂ ਵੀ ਜਿਹੜੀ ਕਰੋੜ ਰੁਪਈਏ ਦੀ ਗੱਡੀ ਤੇ ਚੜ੍ਹਦਾ ਹੈ ਤੇ 50 ਲੱਖ ਰੁਪਈਏ ਦਾ ਸੂਟ ਪਾਉਂਦਾ ਵੀ ਸੰਤ ਉਹ ਹੈ। ਸੰਤ ਕੋਈ ਖੇਤ 'ਚ ਹਲ ਵਾਹੁਣ ਵਾਲਾ ਵੀ ਹੋ ਸਕਦਾ। ਸੰਤ ਗੁਣਾਂ ਦਾ ਨਾਮ ਹੈ। ਹਾਂ, ਬਾਣਾ ਵੀ ਉਹਦੇ ਸਰੀਰ ਤੇ ਆ ਜਾਂਦਾ ਧਾਰਮਿਕ, ਪਰ ਸੰਤ ਇੱਕ ਗੁਣ ਹੁੰਦੇ ਆ ਜਿਹੜੇ ਬਹੁਤ ਗੁਰੂ ਸਾਹਿਬ ਨੇ ਦਾਸ ਦੇ ਸੌਖਾ ਜਿਹਾ ਸ਼ਬਦ ਇੱਕ ਆਪ ਜੀ ਨੂੰ ਦਿੰਦਾ ਹੁੰਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਹੈ, ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨੈ। ਇਹ ਸ਼ਬਦ ਕਿਸੇ ਦੇ ਜੀਵਨ 'ਚੋਂ ਤੁਹਾਨੂੰ ਪ੍ਰੈਕਟੀਕਲ ਨਜ਼ਰ ਆਵੇ, ਉਹਨੂੰ ਸੰਤ ਕਹਿ ਕੇ ਰੱਬ ਕਹਿ ਕੇ ਵੀ ਮੱਥਾ ਟੇਕ ਦਿਓ, ਕੋਈ ਅੱਤ ਕਥਨੀ ਨਹੀਂ, ਤੁਹਾਡਾ ਕੋਈ ਲਾਭੇ ਵਾਲੀ ਗੱਲ ਨਹੀਂ ਹੋਏਗੀ, ਤੁਸੀਂ ਸਰੀਰ ਨੂੰ ਕੋਈ ਮੱਥਾ ਟੇਕਿਆ। ਜੇ ਉਸ ਸ਼ਬਦ ਵਰਗਾ ਕਿਸੇ ਦਾ ਜੀਵਨ ਹੈ ਨਾ, ਤੁਸੀਂ ਝੁਕ ਸਕਦੇ ਹੋ, ਮੱਥਾ ਵੀ ਟੇਕ ਸਕਦੇ ਹੋ, ਉਹਦੇ ਤੇ ਰੱਬ 'ਚ ਕੋਈ ਅੰਤਰ ਨਹੀਂ ਰਹੇਗਾ। ਜਿਹਦੇ 'ਚੋਂ ਗੁਣ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇਹ ਅਰ ਭੈ ਨਹੀਂ, ਜਾ ਕੇ ਕੰਚਨ ਮਾਟੀ ਮੰਨੈ, ਉਹ ਸੰਤ ਹੈ, ਉਹ ਰੱਬ ਰੂਪ ਹੋ ਜਾਂਦਾ ਹੈ। ਉਹ ਬੱਚੇ ਨੂੰ ਨੌਕਰੀ ਮਿਲ ਗਈ, ਸਾਰਾ ਦਿਨ ਉੱਥੇ ਨਾ ਰਫਲ ਲੈ ਕੇ ਡਿਊਟੀ 'ਚ ਖੜਾ ਰਹਿੰਦਾ ਹੈ ਜੀ, ਜਹਾਂਗੀਰ ਦੀ ਨੌਕਰੀ ਮਿਲ ਗਈ। ਬੱਚਾ ਬੜਾ ਲੈ ਕੇ ਬਹੁਤ ਸਿਆਣਾ ਹੈ, ਤੇ ਜਿਹੜੇ ਬਾਣੀ ਪੜ੍ਹਦੇ ਗੁਰਮੁਖ ਉਹਨਾਂ ਦੇ ਚਿਹਰੇ ਤੋਂ ਵੀ ਤੁਹਾਨੂੰ ਉਹ ਬਾਣੀ ਦਾ ਪ੍ਰਭਾਵ ਮੱਥੇ ਤੇ ਚਿਹਰੇ ਤੇ ਆ ਜਾਂਦਾ। ਤੁਸੀਂ ਨਾ ਕਿਤੇ ਕਿਸੇ ਦੇ ਦਰਸ਼ਨ ਕਰਿਓ, ਜਿਹਨੂੰ ਵੇਖਿਆ ਤੁਹਾਡਾ ਉਹ ਚਿਹਰਾ ਉੱਡਿਆ ਜਾਂ ਹੋਰ ਕੁਝ ਤੁਹਾਨੂੰ ਲੱਗੇ ਉਹ ਜਪਦਾ ਨਹੀਂ, ਉਹ ਨਿਤਨੇਮ ਵੀ ਨਹੀਂ ਕਦੇ ਹੋਏਗਾ। ਤੇ ਜਿਹਦੇ ਦਰਸ਼ਨ ਕੀਤੇ, ਜਿਹਦੇ ਨਾਲ ਗੱਲ ਕਰਕੇ ਜਾਂ ਜਿਹਦੇ ਦਰਸ਼ਨ ਕਰਕੇ ਤੁਹਾਨੂੰ ਸਕੂਨ ਮਿਲੇ, ਸਮਝ ਲਓ ਵੀ ਇਹਦੇ ਅੰਦਰ ਕੁਝ ਹੈ। ਜਿਹਦੇ ਅੰਦਰ ਖਜ਼ਾਨਾ ਪਿਆ ਹੋਵੇ ਨਾ, ਉਹਦੇ ਹਾਵ ਭਾਵ ਵੀ ਕੁਝ ਹੋਰ ਹੁੰਦੇ ਆ। ਤੇ ਜਿਹੜਾ ਅੰਦਰੋਂ ਲੁੱਟਿਆ ਪੁੱਟਿਆ ਹੋਵੇ, ਫਿਰ ਉਹ ਤੇ ਫਿਰ ਐਵੇਂ ਡੱਕੇ ਡੋਲੇ ਖਾਂਦਾ ਸੰਸਾਰ 'ਚ, ਇੱਧਰ ਜਾ ਉੱਧਰ। ਇਹ ਬਖਸ਼ਿਸ਼ ਬੋਲਾਂ ਤੇ ਚਿਹਰੇ ਤੇ ਵੀ ਵਰਤਦੀ ਹੈ, ਜਿਹਦੇ ਅੰਦਰ ਨਾਮ ਦਾ ਖਜ਼ਾਨਾ ਜਾਂ ਨਿਤਨੇਮ ਅੰਦਰ ਜਾਂ ਪਿਆਰ ਹੈ ਗੁਰੂ ਤੇ ਰੱਬ ਦੇ ਪ੍ਰਤੀ, ਵਿਸ਼ਵਾਸ ਹੈ, ਜਾਂ ਜਿਹੜਾ ਉਹਦੀ ਵਡਿਆਈ ਨਾਲ ਜੁੜਦਾ ਹੈ। ਉਹ ਬੱਚੇ ਨੇ ਬੜੀ ਬਾਣੀ ਪੜ੍ਹਨੀ। ਹੁਣ ਜਹਾਂਗੀਰ ਦਾ ਸਾਰਾ ਪਰਿਵਾਰ ਉਸ ਡਿਊਟੀ ਵਿੱਚ ਦੀ ਐਂਟਰ ਤੇ ਘਰ 'ਚ ਡਿਊਟੀ ਵੇਚਦੀ ਹੁੰਦਾ ਹੈ। ਜਹਾਂਗੀਰ ਦੀ ਇੱਕ ਲੜਕੀ ਹੈ। ਇਹ ਕਥਾ ਜਿਹੜੀ ਹੈ ਨਾ, ਗਿਆਨੀ ਮੱਲ ਸਿੰਘ ਜੀ ਸੁਣਾਉਂਦੇ। ਇੱਕ ਦਿਨ ਮੰਜੀ ਸਾਹਿਬ ਤੋਂ ਉਹਨਾਂ ਨੇ ਕਥਾ, ਹੁਣ ਤੇ ਉਹ ਸਿੰਘ ਸਾਹਿਬ ਜਿਹੜੇ ਚੜ੍ਹਾਈ ਕਰ ਗਏ ਨੇ, ਉਹਨਾਂ ਦੀ ਕਿਤਾਬ 'ਚ ਵੀ ਕਥਾ ਲਿਖੀ ਹੈ, ਮੇਰੇ ਕੋਲ ਪਈਆਂ ਉਹਨਾਂ ਦੀਆਂ ਕਿਤਾਬਾਂ ਲਿਖਤ। ਉਹਨਾਂ ਨੇ ਮੰਜੀ ਸਾਹਿਬ ਤੋਂ ਵੀ ਇੱਕ ਵਾਰੀ ਇਹ ਕਥਾ ਕੀਤੀ ਸੀ। ਕਹਿੰਦੇ ਜੀ ਉਹ ਬੱਚਾ ਜਦੋਂ ਤੇ ਉਹ ਜਹਾਂਗੀਰ ਦੀ ਲੜਕੀ ਨੇ ਇੱਕ ਦਿਨ ਆਪਣੀ ਮਾਂ ਨੂੰ ਕਿਹਾ ਵੀ ਉਸ ਸਿੱਖ ਦੇ ਨਾਲ ਮੈਂ ਨਿਕਾਹ ਕਰਾਉਣਾ। ਉਹ ਮਾਂ ਨੇ ਡਾਂਟਿਆ, ਕਹਿਣ ਲੱਗੀ ਤੇਰੇ ਬਾਪ ਨੂੰ ਤੈਨੂੰ ਪਤਾ ਉਹ ਕੌਣ ਹੈ, ਸਾਡੀ ਨਹੀਂ ਬਣਦੀ ਉਹਨਾਂ ਦੇ ਨਾਲ। ਔਰ ਉਹਨੇ ਕਦੇ ਤਿਆਰ ਵੀ ਨਹੀਂ ਹੋਣਾ, ਇਹ ਪਤਾ ਉਹਨੂੰ ਬੇਗਮ ਨੂੰ ਵੀ ਸੀ ਵੀ ਇਹ ਸਿੱਖ ਕਦੇ ਲਾਲਚ ਨਹੀਂ ਕਰਦਾ, ਉਹ ਕਦੇ ਇਹੋ ਜਿਹੇ। ਉਹ ਕਹਿੰਦੇ ਨਹੀਂ ਜੀ। ਉਹਨੇ ਇੱਕ ਦਿਨ ਜਹਾਂਗੀਰ ਕੋਲ ਫਿਰ ਗੱਲ ਕੀਤੀ, ਉਹਦੀ ਬੇਗਮ ਨੇ, ਕਹਿੰਦੀ ਜੀ ਆਪਣੀ ਬੱਚੀ ਉਹ ਲੜਕਾ ਬਹੁਤ ਮੈਂ ਵੇਖਦੀ। ਪਹਿਲਾਂ ਉਹਨੇ ਤਾਰੀਫ ਕੀਤੀ ਉਸ ਬੱਚੇ ਦੀ। ਬੱਚਾ ਸਾਰਾ ਦਿਨ ਬਾਣੀ ਪੜ੍ਹਦਾ ਹੈ, ਉਹ ਸਿਆਣਾ ਬੱਚਾ ਹੈ, ਕਿਸੇ ਵੱਲ ਵੇਖਦਾ ਨਹੀਂ ਹੈ, ਉਹ ਆਪਣੀ ਡਿਊਟੀ ਦਾ ਵੀ ਪਾਬੰਦ ਹੈ, ਉਹ ਬਹੁਤ ਸਿਆਣਾ ਸੋਹਣਾ ਬੱਚਾ ਹੈ, ਲਾਇਕ ਬੱਚਾ ਹੈ। ਚਲੋ ਬਜ਼ੁਰਗਾਂ ਨੂੰ ਆਪਦੇ ਸ਼ਬਦ ਨਾਲ ਫਿਰ ਉਹ ਤਾਰੀਫ ਕਰਦੇ ਜਿਹੋ ਜਿਹੇ ਉਹਨਾਂ ਕੋਲ ਬੋਲ ਹੁੰਦੇ ਆ। ਕਹਿੰਦੀ ਜੀ ਉਹ ਆਪਣੀ ਬੱਚੀ ਨਾਲ ਉਹਨੇ ਇਹ ਨਹੀਂ ਕਿਹਾ ਵੀ ਬੱਚੀ ਕਹਿੰਦੀ ਆਪਦੇ ਵੱਲੋਂ ਵੀ, ਜੇ ਕਿਤੇ ਆਪਣੇ ਨਾਲ ਸੰਬੰਧ ਬਣ ਜਾਓ ਉਸ ਬੱਚੇ ਦਾ, ਆਪਣੀ ਬੱਚੀ ਵੀ ਹੈ। ਕਹਿੰਦਾ ਜੀ ਐਂ ਕਰਦੇ ਆ, ਫਿਰ ਜੋ ਬੱਚਾ ਸਿਆਣਾ ਤੁਹਾਨੂੰ ਚੰਗਾ ਲੱਗਦਾ ਹੈ ਤੇ ਆਪਾਂ ਉਹਨੂੰ ਸਲਾਮ 'ਚ ਲੈ ਆਉਣੇ ਆ ਤੇ ਕਿਸੇ ਇਲਾਕੇ ਦਾ ਸੂਬੇਦਾਰ ਥਾਪ ਦਿੰਦੇ ਆ, ਉੱਚੀ ਪਦਵੀ, ਤੇ ਫਿਰ ਆਪਾਂ ਰਿਸ਼ਤਾ ਕਰ ਦਿਆਂਗੇ। ਜੇ ਉਹ ਦੀਨੇ ਸਲਾਮ ਨੂੰ ਕਬੂਲ ਕਰ ਲੈਂਦਾ ਹੈ, ਆਪਾਂ ਉਹਨੂੰ ਪਦਵੀ ਅਹੁਦੇ ਨਾਲ ਨਵਾਜਾਂਗੇ, ਫਿਰ ਅਸੀਂ ਰਿਸ਼ਤਾ ਕਰ ਦਿਆਂਗੇ। ਸਮਾਂ ਪੈਣ ਤੇ ਹੋ ਸਕਦਾ ਹੈ ਕਿਉਂ ਜਹਾਂਗੀਰ ਦਿੱਲੀ ਦੇ ਤਖਤ ਤੇ ਹੁਣ ਬੈਠਾ, ਕਹਿੰਦਾ ਵੀ ਹੋ ਸਕਦਾ ਵੀ ਤਖਤ ਤੇ ਵੀ ਬਹਿ ਜੇ ਦਿੱਲੀ ਦੇ। ਜਵਾਈ ਨੂੰ ਤੇ ਪੁੱਤਰਾਂ ਨੂੰ ਕੋਈ ਸਭ ਕੁਝ ਦਿੰਦਾ ਹੈ, ਜੇ ਪੁੱਤਰ ਨਾ ਲੈ ਕੇ ਹੋਣ ਤੇ ਫਿਰ ਗੁਰੂ ਅਮਰਦਾਸ ਮਹਾਰਾਜ ਨੇ 2 ਪੁੱਤਰਾਂ ਨੂੰ ਛੱਡ ਕੇ ਜਵਾਈ 'ਚ ਚੰਗੇ ਗੁਣ ਸਨ ਗੁਰੂ ਰਾਮਦਾਸ ਜੀ ਤੇ ਗੁਰਤਾ ਗੱਦੀ ਉਹਨਾਂ ਨੂੰ ਦਿੱਤੀ ਸੀ। ਗੁਣ ਵੇਖਦੇ ਹੋਇਆ ਕਿ ਜੀ ਉੱਥੇ ਗੱਲ ਚੱਲੀ ਮਹਿਲਾਂ 'ਚ, ਤੇ ਹੁਣ ਸਾਰੇ ਖੁਸ਼ ਨੇ। ਤੇ ਉੱਥੇ ਨਾ ਜਿਹੜਾ ਇਸ ਬੱਚੇ ਨਾਲ ਇੱਕ ਹੋਰ ਸਰੀਰ ਡਿਊਟੀ ਕਰਦਾ, ਉਹ ਮੁਸਲਮਾਨ ਸੀ। ਉਹਦੀ ਪਤਨੀ ਹੁਣ ਜਹਾਂਗੀਰ ਦੇ ਮਹਿਲਾਂ 'ਚ ਕੰਮ ਕਰਦੀ ਹੈ। ਜਦੋਂ ਉਹਨੇ ਸਾਰੀ ਗੱਲ ਸੁਣੀ ਵੀ ਉਹ ਸਿੱਖ ਤੇ ਇਹ ਬੜਾ ਜਹਾਂਗੀਰ ਦਿਆਲੂ ਹੋਇਆ ਵੀ ਧੀ ਦਾ ਰਿਸ਼ਤਾ ਵੀ ਉਹਦਾ ਜਵਾਈ ਜਹਾਂਗੀਰ ਦਾ ਬਣਾ, ਕੋਈ ਨਿੱਕੀ ਮੋਟੀ ਗੱਲ ਸੀ ਥੋੜੀ ਸੀ। ਉਸ ਦਾ ਮੰਨ ਲਓ ਹੁਣ ਕੋਈ ਬੜਾ ਵੱਡਾ PM ਪ੍ਰਧਾਨ ਮੰਤਰੀ ਹੋਵੇ ਤੇ ਉਹ ਰਿਸ਼ਤਾ ਕਿਸੇ ਦਾ ਉਹਦੇ ਨਾਲ ਬਣਨਾ ਹੋਵੇ, ਉਹਦਾ ਤਾਂ ਡਿਊਟੀਦਾਰ ਹੀ ਹੋਵੇ, ਉਹ ਇੰਨੀ ਮਾਣ ਹੁੰਦਾ। ਤੇ ਜਿਹੜਾ ਜਵਾਈ ਬਣ ਜੇ ਉਹ ਤੇ ਫਿਰ ਬੜੀ ਵੱਡੀ ਗੱਲ ਹੈ ਨਾ, ਬੜਾ ਵੱਡਾ ਉਹਦਾ ਛੱਡੋ ਸਭ ਕੁਝ ਉਹਦੇ ਕੋਲ ਪਾਵਰ ਆ ਜਾਂਦੀ ਹੈ। ਉਹ ਗੱਲ ਚੱਲੀ ਵੀ
ਉਹਨੇ ਜਾ ਕੇ ਆਪਣੇ ਪਤੀ ਨੂੰ ਦੱਸਿਆ ਵੀ ਉਹ ਜਿਹੜਾ ਸਿੱਖ ਅਜੇ ਬਹੁਤਾ ਸਮਾਂ ਨੂੰ ਆਇਆ ਨੂੰ ਹੋਇਆ ਨਹੀਂ, ਉਹਦੀ ਤੇ ਬੜੀ ਤਰੱਕੀ ਹੋਣ ਜਾ ਰਹੀ ਹੈ। ਉਹ ਕਹਿੰਦਾ ਕਿਸ ਗੱਲ ਤੋਂ? ਕਹਿੰਦੇ ਜੀ ਉਹ ਜਹਾਂਗੀਰ ਤੇ ਆਪਣੀ ਧੀ ਦਾ ਰਿਸ਼ਤਾ ਕਰਨ ਲਈ ਤਿਆਰ ਹੋ ਗਿਆ, ਉਹਦੇ ਨਾਲ ਨਿਕਾਹ ਕਰਨ ਲਈ ਤਿਆਰ ਹੋ। ਉਹਨੂੰ ਤੇ ਕਿਸੇ ਇਲਾਕੇ ਦਾ ਹੁਣ ਸੂਬੇਦਾਰ ਥੋੜੇ ਦਿਨਾਂ 'ਚ ਥਾਪਿਆ ਜਾਣਾ। ਉਸੇ ਨੇ ਆਣ ਕੇ ਹੁਣ ਇਹਨੂੰ ਡਿਊਟੀ ਤੋਂ ਛੱਡਣਾ ਸੀ। ਉਹਨੇ ਕਿਹਾ ਉਹ ਸਿੱਖਾ ਤੇਰੇ ਦੇ ਪਾਕ ਗੁਰੂ ਨਾਲ ਜੁੜਨ ਕਰਕੇ ਬਹੁਤ ਵੱਡੀ ਬਖਸ਼ਿਸ਼ ਵਰਤਣ ਵਾਲੀ ਤੇਰੇ ਤੇ। ਕਹਿੰਦਾ ਕੀ ਗੱਲ ਹੋ ਗਈ? ਕਹਿੰਦਾ ਵੀ ਜਹਾਂਗੀਰ ਤੈਨੂੰ ਆਪਣਾ ਜਵਾਈ ਬਣਾਉਣ ਲਈ ਰਾਜ਼ੀ ਹੋ ਗਿਆ। ਉਹ ਹੈਰਾਨ ਹੋ ਗਿਆ ਸਿੱਖ, ਕਹਿੰਦਾ ਇਹੋ ਜਿਹੀ ਤਾਂ ਕੋਈ ਗੱਲ ਨਹੀਂ। ਕਹਿੰਦੇ ਜੀ ਗੱਲ ਚੱਲੀ ਹੈ, ਉਹ ਆਪਣੀ ਧੀ ਦਾ ਰਿਸ਼ਤਾ ਤੁਹਾਡੇ ਨਾਲ ਕਰਨਾ ਚਾਹੁੰਦਾ। ਕਹਿੰਦਾ ਵੀ ਸਲਾਮ ਚ ਲੈ ਆਉਣੇ ਆ ਤੇ ਫਿਰ ਇੱਕ ਦਿਨ ਇਹਨੂੰ ਹੋ ਸਕਦਾ ਦਿੱਲੀ ਦੇ ਤਖਤ ਤੇ ਉਸੇ ਕੋਈ ਲਾਲਚ ਚ ਨਹੀਂ, ਨੌਕਰੀ ਜ਼ਰੂਰ ਮੰਗੀ ਸੀ ਉਹਨੇ। ਗੁਰਮੁਖੋ ਇੱਕ ਗੱਲ ਯਾਦ ਰੱਖਿਓ, ਆਪ ਜੀ ਆਉਂਦੇ ਹੋ ਜੇ ਤੇ ਸਿਰਫ ਆਉਣਾ ਮੰਗਣ ਵਾਸਤੇ, ਫਿਰ ਤੇ ਉਹ ਮਹੀਨੇ ਮੱਸਿਆ ਵਾਲੇ ਨੇ। ਸੰਗਰਾਂਦ ਤੇ ਆ ਗਏ, ਅਗਲੀ ਮੱਸਿਆ ਤੇ ਆ ਗਏ, ਸਾਲ ਬਾਅਦ ਆ ਗਏ, ਵਿਸਾਖੀ ਤੇ ਆ ਗਏ, ਦੀਵਾਲੀ ਤੇ ਆ ਗਏ ਜਾਂ ਦੂਜਾ। ਤੇ ਜਿਹੜੇ ਦਾਤ ਮੰਗ ਕੇ ਦਾਤੇ ਨਾਲ ਵੀ ਜੁੜ ਜਾਂਦੇ ਨਾ, ਇੱਕ ਦਿਨ ਐਸੀ ਅਵਸਥਾ ਬਣ ਜਾਂਦੀ ਹੈ, ਜੁੜਿਆ ਸੀ ਦਾਤ ਮੰਗਣ ਵਾਸਤੇ, ਹੁਣ ਦਾਤਾਂ ਦੀ ਇੱਛਾ ਹੀ ਨਹੀਂ ਰਹੀ। ਹੁਣ ਤੇ ਉਹ ਕਹਿੰਦਾ ਜੀ ਮੰਗਾ ਕੀ, ਮੈਨੂੰ ਤੇ ਸਮਝ ਨਹੀਂ ਆਉਂਦੀ। ਜੋ ਕੁਝ ਮੈਨੂੰ ਪਹਿਲਾਂ ਦਿੱਤਾ ਕਿਹੜਾ ਮੈਂ ਤੇਰੇ ਤੋਂ ਮੰਗ ਕੇ ਲਿਆ ਸੀ, ਉਹਦੀਆਂ ਮੰਗਾਂ ਖਤਮ ਹੋ ਜਾਂਦੀਆਂ। ਜੋ ਮੰਗੇ ਠਾਕੁਰ ਆਪਣੇ, ਤੇ ਆਪਾਂ ਇਹਦੇ ਅਰਥ ਕਈ ਵਾਰੀ ਕੀਤੇ ਨਾ ਵੀ ਜੋ ਮੰਗੀਏ ਦੇ ਅਰਥ ਅਸਲ ਦੇ ਵਿੱਚ ਇਹ ਨਹੀਂ ਹੈ। ਅਸਲ ਦੇ ਅਰਥ ਇਹਦੇ ਇਹ ਨੇ ਵੀ ਮੰਗ ਕੋਈ ਰਹਿ ਹੀ ਨਹੀਂ ਜਾਂਦੀ। ਫਿਰ ਇੱਥੇ ਆ ਕੇ ਜਦੋਂ ਮੰਗ ਹੀ ਕੋਈ ਨਾ ਹੋਈ ਤੇ ਫਿਰ ਸਾਰਾ ਕੁਝ ਹੀ ਤੇ ਪ੍ਰਾਪਤ ਹੋ ਗਿਆ। ਮਨੁੱਖ ਮੰਗਦਿਆਂ ਰਜਦਾ ਨਹੀਂ, ਸਹਿਜ ਖੱਟੇ ਲੱਖ ਕੋਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਮਨੁੱਖ ਉਦਣ ਇਹਦੀ ਇੱਛਾ ਪੂਰੀ ਹੁੰਦੀ ਹੈ ਜਿੱਦਣ ਇਹਦੀ ਮੰਗ ਹੀ ਖਤਮ ਹੋ ਜਾਂਦੀ ਹੈ। ਦਾਤ ਮੰਗਣ ਤੋਂ ਲੈ ਕੇ ਦਾਤੇ ਦੀ ਪ੍ਰਾਪਤੀ ਤੱਕ ਸਿੱਖ ਪਹੁੰਚਦਾ। ਫਿਰ ਕੋਈ ਮੰਗ ਉਹ ਸਿੱਖ ਜਿਹੜਾ ਕਹਿੰਦਾ ਵੀ ਇਹ ਤੇ ਕਦੇ ਨਹੀਂ ਹੋਏਗਾ ਵੀ ਮੈਂ ਆਪਣਾ ਧਰਮ ਬਦਲਣਾ। ਉਹ ਜਿਹੜਾ ਸਿੱਖ ਬੱਚਾ ਜਿਹੜਾ ਬਾਣੀ ਪੜ੍ਹਦਾ ਹੈ, ਉਹ ਕਹਿੰਦਾ ਮੈਂ ਧਰਮ ਨਹੀਂ ਬਦਲਾਂਗਾ, ਮੈਂ ਕੋਈ ਉੱਥੇ ਰਾਜ ਲੈਣ ਨਹੀਂ ਆਇਆ। ਉਹ ਕਹਿੰਦਾ ਜੀ ਫਿਰ ਗੱਲ ਚੱਲੀ ਏ ਤੇ ਇੱਕ ਅੱਧੇ ਦਿਨ 'ਚ ਇਹ ਕੁਝ ਹੋ ਜਾਣਾ। ਉਹਨੇ ਫਿਰ ਉਹ ਅਸਤੀਫਾ ਦਿੱਤਾ ਜੀ ਆਪਣੀ ਨੌਕਰੀ ਤੋਂ, ਉਸੇ ਰਾਤ ਹੀ ਉਸੇ ਹੀ ਆਪਣੇ ਸਾਥੀ ਨੂੰ ਦੇ ਕੇ ਕਹਿਣ ਲੱਗਾ ਮੈਂ ਨੌਕਰੀ ਛੱਡ ਕੇ ਚੱਲਿਆ। ਕਿਸੇ ਸਮੇਂ ਇਹ ਦਾਤ ਮੰਗੀ ਮੈਨੂੰ ਸਰਕਾਰੀ ਨੌਕਰੀ ਮਿਲੇ, ਚੰਗੀ ਜਵਾਬ। ਹੁਣ ਤਰੱਕੀ ਵੀ ਹੋ ਰਹੀ ਹੈ, ਤਰੱਕੀ ਤੇ ਸੂਬੇਦਾਰ ਦੀ ਹੋ ਰਹੀ ਹੈ, ਲਾਲਚ ਤੇ ਦਿੱਲੀ ਦੇ ਤਖਤ ਤੱਕ ਦਾ। ਪਰ ਉਹ ਕਹਿੰਦਾ ਜੇ ਸਿੱਖੀ ਨਾ ਰਹੀ ਤੇ ਫਿਰ ਇਸ ਤਖਤ ਨੂੰ ਵੀ ਮੈਂ ਕੀ ਕਰਨਾ ਹੈ। ਉਹ ਸਾਡੇ ਬਜ਼ੁਰਗ ਮਾਤਾਵਾਂ ਟਰਾਲੀ 'ਚ ਬੈਠੀਆਂ ਕਿਤੇ ਜਾਂਦੀਆਂ ਸ਼ਬਦ ਪੜ੍ਹਦੀਆਂ ਹੁੰਦੀਆਂ ਸਨ, ਸਿਰ ਜਾਂਦਾ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਕਹਿੰਦਾ ਸਿਰ ਲੱਥ ਜਾਏ ਤੇ ਕੋਈ ਪਰਵਾਹ ਨਹੀਂ ਹੈ, ਸਿੱਖੀ ਤੋਂ ਨਹੀਂ ਡੋਲਣਾ। ਇਹ ਤੇ ਗੁਰੂ ਸਾਹਿਬ ਦੀ ਬੜੀ ਵੱਡੀ ਦਾਤ ਹੈ, ਉਹਦੇ ਤੇ ਆਉਂਦੇ ਜਾਂਦੇ ਰਹਿੰਦੇ ਆ। ਰਾਜੇ ਇੱਕ ਮਿੰਟ 'ਚ ਕੰਗਾਲ ਬਣ ਜਾਂਦੇ ਨੇ, ਕੰਗਾਲ ਉਹ ਰਾਜਾ ਬਣਾ ਦਿੰਦੇ। ਇਹ ਅਹੁਦਿਆਂ ਕਰਕੇ ਮੈਂ ਥੋੜ੍ਹੀ ਗੁਰੂ ਅਰਜਨ ਸਾਹਿਬ ਦੇ ਚਰਨਾਂ ਨਾਲ ਜੁੜਿਆ ਸਾਂ। ਹਾਂ ਦਾਤ ਕਿਸੇ ਸਮੇਂ ਨੌਕਰੀ ਦੀ ਮੰਗੀ ਸੀ, ਪਰ ਹੁਣ ਬਾਣੀ ਪੜ੍ਹ ਕੇ ਅੰਦਰ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ। ਪੂਰਨ ਬੰਦਾ ਉਹ ਹੈ ਜਿਹਦੇ ਕੋਲ ਚਾਰ ਪਦਾਰਥ ਨੇ, ਧਰਮ ਅਰਥ ਕਾਮ ਤੇ ਮੋਖ। ਇਹਦੇ ਅਰਥ ਖੁੱਲ੍ਹ ਕੇ ਫਿਰ ਕਿਸੇ ਦਿਨ ਆਪਾਂ ਕਰਾਂਗੇ। ਤੇਰਾ ਕੀਤਾ ਜਾਤੂ ਨਹੀਂ ਤੇ ਜਾ ਕੇ ਨਾ ਉਹਦੇ ਵਿੱਚ ਬਖਸ਼ਾਂ ਵਰਤਣੀਆਂ, ਉੱਥੇ ਜਾ ਕੇ ਆਪਾਂ ਇਹਦੇ ਅਰਥ ਕਰਾਂਗੇ। ਹੁਣ ਉਹ ਬੱਚਾ ਰਿਜ਼ਾਈਨ ਦਿੰਦਾ ਹੈ, ਅਸਤੀਫਾ ਦਿੰਦਾ ਹੈ, ਉਹ ਨਿਕਲ ਜਾਂਦਾ ਹੈ। ਹੁਣ ਸਵੇਰੇ ਹੀ ਉਹਨਾਂ ਨੇ ਜਹਾਂਗੀਰ ਹੋਣਾ ਨੇ ਮਿਲਣਾ ਸੀ, ਉਸ ਬੱਚੇ ਨੂੰ ਸੱਦਿਆ ਜੀ, ਉਹਨੂੰ ਸੱਦ ਕੇ ਲਿਆਓ। ਕਹਿੰਦੇ ਜੀ ਉਹ ਤੇ ਰਾਤ ਅਸਤੀਫਾ ਦੇ ਗਿਆ। ਉਹਨੂੰ ਗੁੱਸਾ ਚੜਿਆ ਜਹਾਂਗੀਰ ਨੂੰ, ਕਹਿੰਦਾ ਵੀ ਕਮਾਲ। ਉਹ ਫਿਰ ਉਹਨੇ ਹੁਕਮ ਲਾਇਆ ਆਪਣੀ ਫੌਜ ਨੂੰ, ਕਹਿੰਦਾ ਵੀ ਇਹ ਮੈਨੂੰ ਜਲਦੀ ਪਕੜ ਕੇ ਮੇਰੇ ਸਾਹਮਣੇ ਪੇਸ਼ ਕਰੋ ਉਸ ਸਿੱਖ ਲੜਕੇ ਨੂੰ। ਉਹ ਮਗਰ ਲੱਗ ਗਏ। ਉਹ ਕਹਿੰਦਾ ਪਹਿਲਾਂ ਤੈਨੂੰ ਦਿਓ ਲਾਲਚ, ਸਾਰੀ ਗੱਲ ਦੱਸਿਓ ਵੀ ਜਹਾਂਗੀਰ ਤੈਨੂੰ ਆਪਣਾ ਜਵਾਈ ਬਣਾਉਣਾ ਚਾਹੁੰਦਾ ਹੈ। ਉਹ ਤੈਨੂੰ ਕਿਸੇ ਇਲਾਕੇ ਦਾ ਸੂਬੇਦਾਰ ਥਾਪੇਗਾ, ਜਵਾਈ ਬਣ ਕੇ ਉਹ ਤੈਨੂੰ ਇੱਕ ਦਿਨ ਤਖਤ ਵੀ ਮਿਲ ਸਕਦਾ ਹੈ। ਉਹ ਕਹਿੰਦਾ ਤੇ ਜੇ ਨਾ ਮੰਨੇ ਫਿਰ ਉਹਨੂੰ ਡਰਾਵਾ ਦਿਓ, ਜੇ ਡਰੇ ਵੀ ਨਾ ਫਿਰ ਉਹਦਾ ਸਿਰ ਵੱਢ ਕੇ ਮੇਰੇ ਸਭਾ ਦੇ ਅੰਦਰ ਪੇਸ਼ ਕਰੋ, ਮੇਰੇ ਮਹਿਲ ਦੇ ਅੰਦਰ। ਉਹ ਤਿੰਨ ਉਹਨੇ ਆਰਡਰ ਕੀਤੇ। ਕਹਿੰਦਾ ਪਹਿਲਾਂ ਤੇ ਦਿਓ ਲਾਲਚ, ਜੋ ਲਾਲਚ ਨਹੀਂ ਆਉਂਦਾ ਫਿਰ ਦਿਓ ਡਰਾਵਾ। ਜੇ ਡਰਦਾ ਵੀ ਨਹੀਂ ਕਿਸੇ ਤਰੀਕੇ ਨਾਲ ਸਾਹਿਬਜ਼ਾਦਿਆਂ ਨੂੰ, ਤੇ ਵੀ ਇਹੀ ਕੁਝ ਕੀਤਾ ਗਿਆ ਸੀ। ਫਿਰ ਉਹਦਾ ਸਿਰ ਵੱਢ ਕੇ ਲਿਆਓ। ਪਿਸ਼ਾਵਰ ਦੀ ਧਰਮਸ਼ਾਲਾ 'ਚ ਵੜਨ ਲੱਗੇ ਨੂੰ ਫੌਜ ਨੇ ਪਕੜ ਲਿਆ ਜੀ। ਉਸ ਸਿੱਖ ਨੂੰ ਭੱਜਿਆ ਦਿੱਲੀ ਤੋਂ, ਪਿਸ਼ਾਵਰ ਦੀ ਧਰਮਸ਼ਾਲਾ 'ਚ ਵੜਨ ਲੱਗਾ, ਫੌਜ ਨੇ ਪਕੜ ਲਿਆ। ਹੁਣ ਨੌਜਵਾਨ ਬੜਾ ਸੋਹਣਾ ਹੈ, ਚਿਹਰੇ ਤੇ ਪ੍ਰਤਾਪ ਹੈ, ਬਾਣੀ ਪੜ੍ਹਨ ਵਾਲੀ ਰੂਹ। ਉਹਨਾਂ ਨੂੰ ਤਰਸ ਆਇਆ ਫੌਜ ਨੂੰ। ਉਹ ਕਹਿਣ ਲੱਗੇ ਕਿਉਂ ਐਵੇਂ ਨੌਜਵਾਨਾਂ ਨਿਆਈ ਮੌਤ ਮਰਨਾ ਚਾਹੁੰਦਾ, ਜੇ ਤੇਰਾ ਵਿਆਹ ਤੱਕ ਨਹੀਂ ਹੋਇਆ। ਓਏ ਤੇਰੇ ਤੇ ਵੱਡੇ ਭਾਗ ਨੇ, ਅਸੀਂ ਬੁੱਢੇ ਹੋ ਚੱਲੇ, ਸਾਨੂੰ ਕੋਈ ਤਰੱਕੀ ਨਹੀਂ ਮਿਲੀ, ਤੂੰ ਆ ਹੀ ਰਿਹਾ ਤੇ ਤੂੰ ਜਵਾਈ ਵੀ ਬਣ ਰਿਹਾ, ਤਖਤ ਵੀ ਮਿਲ ਸਕਦਾ ਤੈਨੂੰ, ਐਵੇਂ ਨਿਆਈ ਮੌਤੇ ਨਾ ਮਰ। ਕੀ ਗੱਲ ਹੈ? ਉਹ ਵੀ ਤੇ ਧਰਮ ਹੈ ਨਾ ਸਲਾਮ। ਕਹਿਣ ਲੱਗਾ ਨਾ ਨਾ ਨਾ, ਮੇਰਾ ਗੁਰੂ ਕਹਿੰਦਾ
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬੋਲ ਨੇ, ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ। ਗੁਰੂ ਸਾਹਿਬ ਕਹਿੰਦਾ ਮਰ ਜਾਣਾ ਚਾਹੀਦਾ, ਧਰਮ ਨਹੀਂ, ਡਰ ਤੇ ਲਾਲਚ ਕਰਕੇ ਤੇ ਬਿਲਕੁਲ ਨਹੀਂ ਤਬਦੀਲ ਕਰਨਾ ਚਾਹੀਦਾ। ਅੱਜ ਇਹ ਬਹੁਤ ਪ੍ਰਭਾਵ ਹੈ। ਕਿਸੇ ਨੇ ਕਿਹਾ ਜੀ ਪੜ੍ਹਾਈ ਤੁਹਾਡੇ ਬੱਚਿਆਂ ਦੀ ਫ੍ਰੀ ਤੇ ਉਹ ਆਪਣਾ ਧਰਮ ਹੀ ਬਦਲ ਜਾਂਦਾ ਹੈ। ਗੁਰਮੁਖ ਉਹ ਜਿਹੜਾ ਲਾਲਚ ਕਰਕੇ ਧਰਮ ਬਦਲਦਾ ਉਹ ਕਦੇ ਧਰਮੀ ਹੋ ਹੀ ਨਹੀਂ ਜੇ ਸਕਦਾ, ਜਿਹੜੇ ਮਰਜ਼ੀ ਧਰਮ 'ਚ ਚਲਾ ਜਾਏ। ਮਹਾਰਾਜ ਨੇ ਕਿਹਾ ਵੈਸੇ ਮਨੁੱਖ ਆਜ਼ਾਦ ਹੈ, ਤੁਸੀਂ ਆਪਣੀ ਮਰਜ਼ੀ ਨਾਲ ਜਿਹੜੇ ਮਰਜ਼ੀ ਧਰਮ ਦੇ ਅਸੂਲ ਤੁਹਾਨੂੰ ਨਿਜਮ ਚੰਗੇ ਲੱਗਦੇ ਅਪਣਾ ਸਕਦੇ ਹੋ, ਪਰ ਲਾਲਚ 'ਚ ਆਣ ਕੇ ਜਾਂ ਡਰ 'ਚ ਆਣ ਕੇ ਜੇ ਧਰਮ ਬਦਲਦੇ ਹੋ ਤੁਸੀਂ ਕਦੇ ਧਰਮੀ ਬਣ ਹੀ ਨਹੀਂ ਸਕਦੇ। ਉਹ ਬੱਚਾ ਕਹਿੰਦਾ ਮੈਂ ਧਰਮ ਨਹੀਂ ਬਦਲਾਂਗਾ। ਉਹਨਾਂ ਨੇ ਲਾਲਚ, ਉਹਨਾਂ ਬੜਾ ਵੀ ਤੂੰ ਬੜੇ ਵੱਡੇ ਉਹਦੇ ਨਾਲ ਨਵਾਜਿਆ ਜਾਣਾ, ਤੇਰਾ ਮਾਣ ਸਤਿਕਾਰ ਦਿੱਲੀ, ਅਸੀਂ ਵੀ ਤੈਨੂੰ ਕਿਸੇ ਤੇ ਮੈਂ ਸਲੂਟ ਮਾਰਾਂਗੇ, ਹੋ ਸਕਦਾ ਫੌਜ ਦਾ ਤੈਨੂੰ ਸਭ ਤੋਂ ਵੱਡਾ ਜਿਹੜਾ ਉਹ ਲਾ ਦੇਣਾ। ਉਹ ਕਹਿੰਦਾ ਨਹੀਂ, ਮੈਂ ਕੋਈ ਇਹ ਕੁਝ ਲੈਣ ਨਹੀਂ ਸੀ ਆਇਆ, ਮੈਨੂੰ ਸਿੱਖੀ। ਉਹਨਾਂ ਫਿਰ ਡਰਾਵੇ ਦਿੱਤੇ ਵੀ ਤੈਨੂੰ ਅਸੀਂ ਮਾਰ ਦੇਣਾ। ਕਹਿੰਦਾ ਮੈਂ ਨਹੀਂ, ਮੌਤ ਤੋਂ ਨਹੀਂ ਡਰਦਾ। ਉਹਨੇ ਤੇ ਪੜ੍ਹਿਆ ਸੀ, ਜੋ ਤੋ ਪ੍ਰੇਮ ਖੇਡਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ। ਉਹਨੇ ਤੇ ਪੜ੍ਹਿਆ ਸੀ, ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੋ। ਕਹਿੰਦਾ ਮਰਨਾ ਤੇ ਇੱਕ ਦਿਨ ਹੈ ਹੀ ਹੈ, ਧਰਮ ਤਬਦੀਲ ਕਰਕੇ ਕਿਉਂ ਮਰਾਂ? ਮੌਤ ਤੇ ਇੱਕ ਦਿਨ ਆਉਣੀ, ਹੋਰ 70 ਸਾਲ ਕੱਢ ਜਾਗਾ, ਹੋਰ ਭਾਵੇਂ 100 ਸਾਲ ਹੋਰ ਕੱਢ ਜਾ, ਫਿਰ ਵੀ ਤੇ ਮਰਨਾ ਹੀ ਇੱਕ ਦਿਨ। ਉਹ ਕਹਿੰਦੇ ਫਿਰ ਤੇਰਾ ਸਿਰ ਵੱਢ ਕੇ ਸਾਨੂੰ ਲਿਜਾਣਾ ਪੈਣਾ। ਪਿਸ਼ਾਵਰ ਦੀ ਇਹ ਧਰਮਸ਼ਾਲਾ 'ਚ ਸਾਰੀ ਗੱਲ ਹੋ ਰਹੀ ਹੈ। ਕਹਿੰਦਾ ਮੈਨੂੰ ਕੋਈ ਨਹੀਂ। ਉਹ ਕਹਿੰਦੇ ਸਾਨੂੰ ਤੇਰੇ ਤੇ ਤਰਸ ਆ ਰਿਹਾ, ਆਪਾਂ ਇਕੱਠੇ ਰਹੇ ਆ, ਨਵਾਂ ਆਇਆ ਤੂੰ, ਤੇਰੇ ਚਿਹਰੇ ਤੇ ਬੜੀ ਰੌਣਕ ਹੈ, ਬਾਣੀ ਹੈ ਤੇਰੇ ਅੰਦਰ, ਸਾਡਾ ਦਿਲ ਨਹੀਂ ਕਰਦਾ ਤੈਨੂੰ ਮਾਰੀਏ। ਉਹ ਕਹਿੰਦਾ ਨਹੀਂ ਨਹੀਂ, ਮੈਂ ਕਦੇ ਧਰਮ ਤਬਦੀਲ ਨਹੀਂ ਕਰਾਂਗਾ, ਨਾ ਮੈਂ ਡਰਾਵੇ 'ਚ ਨਾ ਕਿਸੇ ਲਾਲਚ 'ਚ। ਉਹ ਫਿਰ ਕਹਿੰਦੇ ਵੀ ਤੇਰੀ ਕੋਈ ਇੱਛਾ ਦੱਸ। ਕਹਿੰਦਾ ਜੀ ਇੱਛਾ ਕਾਹਦੀ, ਬਾਪ ਹੈ ਨਹੀਂ ਹੈ, ਉਹ ਭੈਣ ਦਾ ਵਿਆਹ ਕਰ ਦਿੱਤਾ, ਥੋੜਾ ਸਮਾਂ ਹੋ ਗਿਆ, ਮਾਂ ਬਜ਼ੁਰਗ ਹੈ ਵਿਚਾਰੀ, ਪਤਾ ਨਹੀਂ ਕਦੋਂ ਉਹਨੇ ਸਰੀਰ ਛੱਡ ਦੇਣਾ, ਕੋਈ ਇੱਛਾ ਨਹੀਂ ਹੈ। ਫਿਰ ਹਾਂ ਅਖੀਰ ਤੇ ਕਿਆ ਕਹਿੰਦੇ, ਇੱਕ ਜਪਜੀ ਸਾਹਿਬ ਦਾ ਪਾਠ ਕਰਨਾ ਚਾਹੁੰਦਾ, ਜੇ ਤੁਸੀਂ ਇੰਨਾ ਕੁ ਮੈਨੂੰ ਸਮਾਂ ਦੇ ਸਕਦੇ ਹੋ। ਉਹਨੇ ਜਪਜੀ ਸਾਹਿਬ ਦਾ ਪਾਠ ਕੀਤਾ ਜੀ, ਰੂਹ ਨਾਲ ਉੱਚੀ ਉੱਚੀ ਪਾਠ ਬੋਲਿਆ। ਫੌਜ ਵੀ ਸਾਰੇ ਹੈਰਾਨ ਹੋ ਗਏ। ਉਹਨਾਂ ਨੇ ਇਹੋ ਜਿਹਾ ਇੱਕ ਮਾਹੌਲ ਬਣਾ ਦਿੱਤਾ ਜਪਜੀ ਸਾਹਿਬ ਦੇ ਪਾਠ ਨਾਲ ਸਾਰੇ। ਫਿਰ ਉਹ ਨਾ ਚਾਹੁੰਦੇ ਹੋਏ ਵੀ ਕਹਿੰਦੇ ਜੇ ਤੈਨੂੰ ਨਹੀਂ ਮਾਰਦੇ ਸਾਡੇ ਸਿਰ ਵੱਢੇ ਜਾਣੇ ਆ, ਵੀ ਪਕੜ ਕੇ ਤੁਸੀਂ ਉਹਨੂੰ ਛੱਡ ਦਿੱਤਾ। ਉਹ ਫਿਰ ਸਿੱਖ ਨੇ ਆਪ ਸਿਰ ਨੀਵਾਂ ਕੀਤਾ, ਕਹਿਣ ਲੱਗਾ ਮੈਂ ਮੌਤ ਤੋਂ ਨਹੀਂ ਡਰਦਾ। ਉਹ ਫਿਰ ਸਿਰ ਵੱਢਿਆ ਜੀ ਉਹਨਾਂ ਨੇ। ਸਿਰ ਵੱਢ ਕੇ ਖੂਨ ਜਦੋਂ ਨੁੱਚੜ ਗਿਆ ਨੇ, ਇੱਕ ਥਾਲ 'ਚ ਸਿਰ ਰੱਖਿਆ ਉਸ ਸਿੱਖ ਦਾ। ਜਹਾਂਗੀਰ ਦੀ ਸਭਾ ਲੱਗੀ, ਇਸ ਤਰ੍ਹਾਂ ਸਾਰੇ ਮੰਤਰੀ, ਐਲਕਾਰ, ਵਜ਼ੀਰ, ਫੌਜ ਖੜੀ ਹੈ। ਉਹ ਸਿੱਖ ਦਾ ਸਿਰ ਪੇਸ਼ ਕੀਤਾ ਗਿਆ ਜੀ। ਜਦੋਂ ਪੇਸ਼ ਕੀਤਾ ਨਾ ਤੇ ਉਹ ਸਾਰੀ ਸਭਾ ਲੱਗੀ ਹੈ। ਜਹਾਂਗੀਰ ਹੈਰਾਨ ਹੈ, ਕਹਿੰਦਾ ਕਮਾਲ ਦੀ ਗੱਲ ਹੈ ਵੀ ਇਹ ਬੜੇ ਕਾਹਦੇ ਨੇ, ਨਾ ਕਿਸੇ ਲਾਲਚ 'ਚ ਆਉਂਦੇ, ਨਾ ਹੀ ਡਰਦੇ ਨੇ, ਸਿਰ ਦੇਣ ਲੱਗਿਆ। ਉਹ ਫਿਰ ਹੋਇਆ ਕਿ ਜੀ ਜਹਾਂਗੀਰ ਦੀ ਉਹ ਲੜਕੀ ਆਈ, ਕਹਿੰਦੀ ਜੀ ਮੈਂ ਤੇ ਨਿਕਾਹ ਇਸੇ ਨਾਲ ਹੀ ਕਰਾਉਣਾ ਹੈ। ਸਾਡੇ ਇਤਿਹਾਸਕ ਬੋਲ ਨੇ, ਜਹਾਂਗੀਰ ਦੀ ਲੜਕੀ ਨਾ ਸੀਸ ਨੂੰ ਹੱਥ ਲਾਉਣ ਲੱਗੀ, ਕੱਪੜੇ ਨਾਲ ਢੱਕਿਆ ਸੀ ਉੱਪਰੋਂ, ਕੱਪੜਾ ਫਿਰ ਖਿੱਚ ਦਿੱਤਾ ਉੱਪਰੋਂ, ਸੀਸ ਹੈ ਦਾੜਾ ਖੂਨ ਨਾਲ ਲਿਬੜਿਆ ਹੋਇਆ ਸਾਰਾ, ਉਹ ਹੱਥ ਲਾਉਣ ਲੱਗੀ, ਨਿੱਕਾ ਨਿੱਕਾ ਦਾੜਾ ਸੀ, ਹੱਥ ਲਾਉਣ ਲੱਗੀ ਤੇ ਇਤਿਹਾਸਕ ਬੋਲ ਨੇ ਸਵਾ ਗਲਿਸ਼ਟ ਸਿਰ ਉਠਿਓ। ਸਵਾ ਗਲਿਸ਼ਟ ਕਹਿੰਦੇ ਸਵਾ ਹੱਥ ਨੂੰ, ਇੱਕ ਗਿੱਠ ਇਸ ਤੋਂ ਉੱਪਰ ਦਾ, ਸਵਾ ਗਲਿਸ਼ਟ ਸਿਰ ਉਠਿਓ ਤਉ ਨਾ ਕਬੂਲੀ ਨਾਰ। ਕਹਿੰਦੇ ਜਹਾਂਗੀਰ ਦੀ ਲੜਕੀ ਹੱਥ ਲਾਉਣ ਲੱਗੀ, ਸਵਾ ਗਿੱਠ ਸਿਰ ਥਾਲੇ 'ਚੋਂ ਬੁੜ ਗਿਆ ਤੇ ਧਰਤੀ ਤੇ ਡਿੱਗ ਪਿਆ। ਜਹਾਂਗੀਰ ਦੀ ਲੜਕੀ ਦਾ ਹੱਥ ਨਹੀਂ ਲੱਗਣ ਦਿੱਤਾ। ਸਾਰੇ ਹੈਰਾਨ ਹੋ ਗਏ। ਸਿੱਖ ਮਰਨ ਤੋਂ ਬਾਅਦ ਵੀ ਆਪਣੇ ਧਰਮ ਤੋਂ ਨਹੀਂ ਡੋਲਦਾ। ਉਹਨੇ ਅਪਵਿੱਤਰ ਹੱਥ ਜਿਹੜਾ ਇਸਲਾਮ ਵਾਲਿਆਂ ਦਾ ਆਪਣੇ ਸੀਸ ਤੱਕ ਨਹੀਂ ਲੱਗਣ ਦਿੱਤਾ। ਉਹ ਧਰਤੀ ਤੇ ਡਿੱਗ ਪਿਆ ਜੀ, ਥਾਲੇ 'ਚੋਂ ਖਿਸਕ ਕੇ ਸਿਰ। ਉਹਨੇ ਉਸ ਜਹਾਂਗੀਰ ਦੀ ਲੜਕੀ ਦਾ ਹੱਥ ਨਹੀਂ ਲੱਗਣ ਦਿੱਤਾ। ਅਸੀਂ ਆਪਣਾ ਸਿਰ ਰਤੇ ਸਈ ਜੇ ਮੁਖ ਨਾ, ਉਹ ਰਤੇ ਨੇ ਜਿਹੜੇ ਸਿਰ ਦੇ ਦਿੰਦੇ ਨੇ, ਮੁਖ ਨਹੀਂ ਮੋੜਦੇ ਗੁਰੂ ਵੱਲੋਂ। ਭਾਈ ਮਤੀ ਦਾਸ ਨੂੰ ਕਿਹਾ ਸੀ ਉਹ ਤੈਨੂੰ ਆਰੇ ਨਾਲ ਚੀਰਨਾ, ਦੱਸ ਤੇਰੀ ਕੋਈ ਇੱਛਾ। ਤੇ ਭਾਈ ਮਤੀ ਦਾਸ ਦੀ ਇੱਛਾ ਸੀ ਆਰੇ ਨਾਲ ਭਾਵੇਂ ਚਾਰੀਆਂ ਥਾਵਾਂ ਤੇ ਆਰੇ ਪਾ ਦਿਓ, ਦੋਵਾਂ ਬਾਹਾਂ ਤੇ, ਮੋਢਿਆਂ ਤੇ, ਮੱਥੇ ਤੇ, ਸਿਰ 'ਚ, ਪਰ ਮੇਰਾ ਮੁਖ ਮੇਰੇ ਗੁਰੂ ਵੱਲ ਜ਼ਰੂਰ ਕਰਿਓ। ਉਹ ਸਿੱਖ ਚੀਰਿਆ ਗਿਆ ਆਰੇ ਨਾਲ, ਥੋੜਾ ਜਿਹਾ ਆਰਾ ਸਿਰ 'ਚ ਗਿਆ ਨਾ, ਕਹਿੰਦੇ ਉਹ ਬਚ ਸਕਦਾ ਹੈ, ਤੇਰਾ ਇਲਾਜ ਕਰਵਾ ਦਿੰਦੇ। 10 ਹੂਰਾਂ ਦੇ ਡੋਲੇ, ਮਹਿਲ, ਹਾਥੀ, ਘੋੜੇ, ਫੌਜ। ਮਤੀ ਦੱਸ ਕੀ ਕੁਝ ਚਾਹੀਦਾ?
ਭਾਈ ਮਤੀ ਦਾਸ ਨੇ ਕਿਹਾ ਸੀ ਹੁਣ ਤੇ ਆਨੰਦ ਆਉਣ ਲੱਗਾ ਸੀ, ਕੁਝ ਨਹੀਂ ਚਾਹੀਦਾ, ਮੈਂ ਆਪਣੇ ਗੁਰੂ ਦੇ ਸਾਹਮਣੇ ਸ਼ਹਾਦਤ ਦੇਣੀ ਚਾਹੁੰਦਾ ਹੈ। ਉਸ ਯੋਧੇ ਦਾ ਸਰੀਰ 2 ਫਾੜ ਕਰ ਦਿੱਤਾ ਗਿਆ। ਗੁਰਮੁਖ ਪਿਆਰੋ 2 ਫਾੜ ਹੋਣ ਤੋਂ ਬਾਅਦ ਵੀ ਉਹ ਜਪਜੀ ਸਾਹਿਬ ਦਾ ਸ਼ਲੋਕ ਬੜੀ ਉੱਚੀ ਸੁਰ ਦੇ ਵਿੱਚ ਗਾਉਂਦਾ ਹੋਇਆ ਸ਼ਾਂਤ ਸਰੀਰ ਹੁੰਦਾ ਹੈ। ਭਾਈ ਮਤੀ ਦਾਸ ਨੇ ਨਹੀਂ, ਰੋਚ ਲਪੇਟੇ ਸਤੀ ਦਾਸ ਨੇ ਵੀ ਜਪਜੀ ਸਾਹਿਬ ਦਾ ਪਾਠ ਕੀਤਾ। ਉਬਲਦੀ ਦੇਗ ਜਦੋਂ ਉਬਲਦੀ ਸੀ ਨਾ, ਭਾਈ ਦਿਆਲਾ ਜੀ ਨੂੰ ਦੇਗ 'ਚ ਪਾਇਆ, ਉਹ 100 ਡਿਗਰੀ ਤੇ ਭਾਫ ਬਣ ਪਾਣੀ ਉੱਡਦਾ ਹੈ। ਉਹ ਬੋਲੇ, ਕਹਿੰਦੇ ਜੀ ਫੜ ਕੇ ਬਿਠਾ ਦਿਓ ਇਹਨੂੰ ਦੇਗ 'ਚ। ਭਾਈ ਦਿਆਲਾ ਜੀ ਕਹਿੰਦੇ ਸਾਨੂੰ ਗੁਰੂ ਅਰਜਨ ਸਾਹਿਬ ਨੇ ਦੇਗ 'ਚ ਕਿਵੇਂ ਬੈਠਣਾ ਸਿਖਾਇਆ ਹੈ, ਫੜ ਕੇ ਬਿਠਾਉਣ ਦੀ ਲੋੜ ਨਹੀਂ। ਭਾਈ ਦਿਆਲਾ ਜੀ ਨੇ ਦੇਗ ਦੇ ਵਿੱਚ ਨਾ ਛਾਲ ਮਾਰੀ, ਉਬਲਦੀ 100 ਡਿਗਰੀ ਪਾਉਣ ਬਿਲਕੁਲ ਗਰਮ ਛਾਲ ਮਾਰੀ। ਤੇ ਆਪਾਂ ਤਾਂ ਕਿਤੇ ਨਿੱਕੇ ਹੁੰਦੇ ਨਾ ਨਹਿਰਾਂ 'ਚ ਨਹਾਉਣ ਵਾਸਤੇ ਚਲੇ ਜਾਈਦਾ ਸੀ, ਪਸ਼ੂ ਲੈ ਕੇ ਤੇ ਨੱਕ ਪਕੜ ਕੇ ਨਾ ਪਾਣੀ 'ਚ ਡੁੱਬਣਾ, ਉਹ ਗਾਂ ਥੱਲੇ। ਭਾਈ ਮਤੀ ਦਾਸ ਭਾਈ ਦਿਆਲਾ ਜੀ ਨੇ ਸਿੱਧੀ ਛਾਲ ਮਾਰੀ, ਇਹਨਾਂ ਪਾਪੀਆਂ ਨੇ ਉੱਤੇ ਢੱਕਣ ਦੇ ਦਿੱਤਾ ਜੀ ਦੇਗ ਦੇ ਉੱਪਰ ਪੱਥਰ ਰੱਖ ਦਿੱਤਾ। ਉੱਪਰ ਪੱਥਰ ਹੈ, ਅੰਦਰ ਸਰੀਰ ਉਬਾਲੇ ਖਾ ਰਿਹਾ ਹੈ, ਤੇ ਜਪਜੀ ਸਾਹਿਬ ਦੇ ਸ਼ਲੋਕ ਦੀ ਆਵਾਜ਼ ਦੇਗ 'ਚੋਂ ਫਿਰ ਵੀ ਆ ਰਹੀ ਹੈ। ਰਤੇ ਸਹੀ ਜੇ ਮੁਖ ਨਾ ਮੁੜਨ, ਜਿਹੜੇ ਰਤੇ ਗਏ ਗੁਰਮੁਖੋ ਆਪਣਾ ਮੁਖ ਨਹੀਂ ਜੇ ਮੋੜਦੇ, ਉਹ ਆਰੇ ਨਾਲ ਚੀਰੇ ਜਾ ਸਕਦੇ ਆ, ਉਹ ਕੱਟੇ ਜਾ ਸਕਦੇ, ਉਬਲਦੀ ਦੇਗ 'ਚ ਪੈ ਸਕਦੇ ਨੇ। ਰਤੇ ਰੰਗ ਪਾਰ ਬ੍ਰਹਮ ਕੇ ਮਨ ਤਨ ਅਤ ਗੁਲਾਲ, ਉਹਨਾਂ ਦੀ ਸੁਰਤ ਨਾਮ ਰੰਗ 'ਚ ਰਤੀ ਗਈ ਨਾ, ਤੇ ਮਨ ਤਨ ਵੀ ਰਤਿਆ ਜਾਂਦਾ ਹੈ। ਨਾਨਕ ਵਿਣ ਨਾਵੇ ਅਲੂਦਿਆ ਜਿੱਤੀ ਹੋਰ ਖਿਆਲ। 10 ਨੇ ਪਹਿਲਾਂ ਪੰਕਤੀ ਪੜ੍ਹੀ, ਜਾ ਕੋ ਹਾਰ ਰੰਗ ਲਾਗੋ ਇਸ ਜੁਗ ਮੈਂ, ਨਾਮ ਦਾ ਰੰਗ ਸੋ ਕਹੀਅਤ ਹੈ। ਅਸਲ ਦੇ ਵਿੱਚ ਸੂਰਮਾ ਹੋਈ ਹੈ ਜਿਹਨੂੰ ਨਾਮ ਦਾ ਰੰਗ ਚੜ ਜਾਂਦਾ ਹੈ। ਰਤੇ ਸਈ ਜੇ ਮੁਖ ਨਾ ਮੁੜਨ, ਜਿਨੀ ਸਿੰਝਾਤਾ, ਜਿਨ੍ਹਾਂ ਨੇ ਸਿਆਲਿਆ ਸਾਈ ਨੂੰ। ਸਿੰਝਾਤੇਦਾਰ ਜਿਨ੍ਹਾਂ ਨੇ ਡੂੰਘੀ ਸਾਂਝ ਪਾਲੀ ਸਾਈ ਨਾਲ। ਸਾਡੀ ਕਿਤੇ ਕਿਤੇ ਸਾਂਝ ਨਾਲ ਗੁਰੂ ਨਾਲ ਵੀ ਉੱਪਰ ਹੁੰਦੀ ਹੈ, ਰੱਬ ਨਾਲ ਵੀ ਉੱਪਰੋਂ। ਡੂੰਘੀ ਸਾਂਝ ਉਦਣ ਪੈਣੀ ਹੈ ਜਿੱਦਣ ਆਖਾਂ ਜੀਵਾਂ ਵਿਸਰੈ ਮਰ ਜਾਓ। ਗੁਰੂ ਨਾਲ ਸਾਂਝ ਉਦਣ ਪੈਣੀ ਜਿੱਦਣ ਦਰਸ਼ਨ ਦੇਖ ਜੀਵਾ ਗੁਰ। ਸਾਂਝ ਉਦਣ ਸਾਡੀ ਹੋਏਗੀ ਜਿੱਦਣ ਆਤਮਾ ਕਹੇਗੀ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉ ਸਿੱਖ ਗੁਰ ਬਿਨ ਮਰ। ਗੁਰਮੁਖ ਪਿਆਰੋ, ਕਿਤੇ ਤੁਸੀਂ ਰੋਜ਼ ਹਾਜ਼ਰੀ ਭਰਦੇ ਹੋ, ਮੰਨ ਲਓ ਕਿਸੇ ਦਿਨ ਸਰੀਰ ਨੇ ਸਾਥ ਨਹੀਂ ਦਿੱਤਾ, ਚਲੋ ਦਾਸ ਵੀ ਕਥਾ ਕਰਨ ਆਉਂਦਾ, ਆਪ ਜੀ ਸੁਣਨ ਆਉਂਦੇ ਹੋ, ਤੇ ਕਈ ਵਾਰੀ ਬੁਖਾਰ ਚੜ ਗਿਆ ਜੀ, ਰਾਤ ਨੂੰ ਕੁਝ ਇਹੋ ਜਿਹੀ ਪ੍ਰੋਬਲਮ ਆ ਗਈ, ਸਵੇਰੇ ਸਰੀਰ ਨੇ ਸਾਥ ਨਾ ਦਿੱਤਾ, ਇਸ਼ਨਾਨ ਨਾ ਹੋਇਆ, ਗੁਰਦੁਆਰੇ ਨਾ ਆਏ, ਤੁਹਾਡੇ ਅੰਦਰ ਤੜਫ ਤੋੜਾ ਖੋਈ ਲੱਗੇ ਵੀ ਅੱਜ ਗੁਰੂ ਕੋਲ ਨਹੀਂ ਗਿਆ, ਸਮਝ ਲਓ ਤੁਹਾਡੇ ਅੰਦਰੋਂ ਪ੍ਰੇਮ ਪੈਦਾ ਹੋ ਰਿਹਾ ਗੁਰੂ ਸਾਹਿਬ ਦੇ ਪ੍ਰਤੀ। ਤੇ ਜੇ ਪਰਵਾਹ ਕੋਈ ਨਹੀਂ, ਚਲੇ ਗਏ ਕੋਈ ਨਹੀਂ, ਜੇ ਨਾ ਜਾਇਆ ਗਿਆ ਨਾ ਕੋਈ ਨਹੀਂ, ਫਿਰ ਤੋਂ ਉੱਤੋਂ ਸਾਂਝ ਹੈ, ਫਿਰ ਨਹੀਂ ਕੋਈ। ਮਹਾਰਾਜ ਕਹਿੰਦੇ ਅੰਦਰੋਂ ਡੂੰਘੀ ਜਿੰਨੀ ਸਿੰਝਾਤਾ ਸਾਈ, ਜਿਨ੍ਹਾਂ ਨੇ ਸਾਈ ਨੂੰ ਸਿਆਣ ਲਿਆ, ਇਹਨਾਂ ਨੇ ਡੂੰਘੀ ਸਾਂਝ ਪਾਲੀ। ਮਹਾਰਾਜ ਕਹਿੰਦੇ ਉਹੀ ਰਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਹਨ। ਝੜ ਪਵਦੇ ਕੱਚੇ ਬਿਰਹੇ। ਮਹਾਰਾਜ ਕਹਿੰਦੇ ਜਿਹੜੇ ਕੱਚੇ ਨੇ ਨਾ ਉਹ ਝੜ ਜਾਂਦੇ ਐ। ਫਲ ਜਿੰਨੇ ਦਰਖਤ ਨੂੰ ਲੱਗਦੇ ਸਾਰੇ ਪੱਕ ਕੇ ਨਹੀਂ ਜੇ ਡਿੱਗਦੇ ਗੁਰੂ ਕੋ। ਜਦੋਂ ਤੁਸੀਂ ਆਹ ਜ਼ਿਮੀਂਦਾਰ ਫਸਲ ਬੀਜਦੇ, ਕਈਆਂ ਨੇ ਬਾਗ ਲਾਏ ਹੁੰਦੇ ਇੱਧਰ ਜੀ ਅੰਬੋਰ ਏਰੀਏ 'ਚ, ਮਲੋਟ ਏਰੀਏ 'ਚ, ਉੱਧਰ ਰਿਸ਼ਤੇਦਾਰੀਆਂ ਉਹਨਾਂ ਦੇ ਬੜੇ ਬਾਗ ਹੈ, ਤੇ ਉਹ ਆਸ ਤੇ ਇਸ ਨਾਲ ਹੀ ਬਾਗ ਲਾਏ ਨੇ ਵੀ ਫਲ ਪੱਕਣਗੇ ਸਾਰਾ ਕੁਝ। ਕਿਤੇ ਝੱਖੜ ਆਇਆ, ਹਨੇਰੀ ਆਈ, ਉਹ ਕੱਚੇ ਫਲ ਟੁੱਟ ਗਏ ਜੀ, ਕੱਚੇ ਫਲ। ਜਿੰਨੇ ਤੁਹਾਨੂੰ ਮੰਦਰਾਂ 'ਚ, ਮਸੀਤਾਂ 'ਚ, ਗੁਰਦੁਆਰਿਆਂ 'ਚ ਹਾਜ਼ਰੀ ਭਰਦੇ ਨਜ਼ਰ ਆਉਣਗੇ, ਉਹ ਸਾਰੇ ਪੱਕੇ ਕੋਈ ਨਹੀਂ ਜੋ ਗੁਰਮੁਖੋ। ਕਈ ਤੇ ਅੱਧ 'ਚੋਂ ਝੜ ਜਾਂਦੇ ਨੇ, ਪੱਕਦਾ ਤੇ ਕੋਈ ਵਿਰਲਾ ਹੈ। ਜਿਹੜਾ ਪੱਕ ਜਾਂਦੇ ਫਿਰ ਉਹ ਰਸ ਨਾਲ ਆਪ ਵੀ ਭਰ ਜਾਂਦਾ ਹੈ, ਤੇ ਖਾਣ ਵਾਲੇ ਦਾ ਮੂੰਹ ਵੀ ਰਸ ਨਾਲ ਭਰ ਦਿੰਦਾ। ਮਹਾਰਾਜ ਕਹਿੰਦੇ ਜਿਹੜੇ ਕੱਚੇ ਪੀਲੇ ਨੇ ਐਵੇਂ ਹੀ ਪ੍ਰੀਤ ਹੈ, ਮਹਾਰਾਜ ਕਹਿੰਦੇ ਫਿਰ ਉਹ ਝੜ ਵੀ ਜਾਂਦੇ ਹੈ। ਝੜ ਪਵੰਦੇ ਕੱਚੇ ਬਿਰਹੀ, ਜਿਨ੍ਹਾਂ ਕਾਰ ਨਾ, ਜਿਨ੍ਹਾਂ ਨੂੰ ਇਹ ਦਵਾਈ ਰਾਸ ਨਾ ਆਈ। ਕਾਰ ਨਾ ਆਈ ਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਹੀ ਕੀਤਾ। ਇਹਦਾ ਅਰਥ ਸਿੱਧਾ ਜਿਹਾ ਕਰਦਾ, ਜਿਨ੍ਹਾਂ ਨੂੰ ਸਿੱਖੀ ਰਾਸ ਨਹੀਂ ਆਈ ਫਿਰ ਝੜ ਜਾਂਦੇ ਆ। ਮਾਫ ਕਰਨਾ, ਗੱਲ ਕਹਿ ਨਹੀਂ ਪੈ ਰਹੀ ਹੈ, ਬਹੁਤੇ ਅੰਮ੍ਰਿਤ ਛਕ ਕੇ ਵੀ ਡੋਲ ਜਾਂਦੇ ਆ, ਤੇ ਬਹੁਤੇ ਜਿਹੜੇ ਧੁਰ ਤੱਕ ਉਹ ਦਾਸ ਨੇ ਪਹਿਲਾਂ ਹੀ ਬੇਨਤੀ ਕੀਤੀ, ਆਰਿਆਂ ਨਾਲ ਵੀ ਚੀਰੇ ਜਾਂਦੇ ਹੋ, ਗੁਰੂ ਸਾਹਿਬ ਦਾ ਸਾਥ ਨਹੀਂ ਛੱਡਦੇ ਆ, ਕਹਿੰਦੇ ਕੋਈ ਨੇ। ਮਹਾਰਾਜ ਕਹਿੰਦੇ ਭਾਈ ਜਿਹੜੇ ਕੱਚੇ ਫਲ ਕਈ ਵਾਰੀ ਝੜ ਜਾਂਦੇ ਆ, ਉਹਨਾਂ ਦੀ ਅੰਦਰੋਂ ਡੂੰਘੀ ਸਾਂਝ ਨਹੀਂ ਰੱਬ ਨਾਲ ਪੈਂਦੀ, ਜਿਨ੍ਹਾਂ ਦੀ ਪੈ ਜਾਂਦੀ ਫਿਰ ਉਹ ਵੱਡੇ ਕੱਟੇ ਜਾਂਦੇ ਆ, ਉਹ ਸ਼ਹੀਦ ਹੋ ਜਾਂਦੇ ਆ, ਉਹਨਾਂ ਦੀ ਸਾਂਝ ਕਦੇ ਟੁੱਟਦੀ ਨਹੀਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ।